ਜਿਹੜੀ ਆਪਾਂ ਡਰੱਗਸ ਦੀ ਸਪੈਸ਼ਲ ਕੈਂਪੇਨ ਚਲਾਈ ਸੀਗੀ, ਇਹ ਜੁਲਾਈ ਦੇ ਮਹੀਨੇ 'ਚ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਸੀਗੀ। ਸੋ ਇਹਨੂੰ 6 ਮਹੀਨੇ ਹੋ ਗਏ ਆ, ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ 'ਤੇ ਸ਼ੁਰੂ ਕੀਤੀ ਗਈ ਸੀ ਇਹ। ਸੋ 6 ਮੰਥਸ ਦਾ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਇਹਨਾਂ 6 ਮਹੀਨਿਆਂ ਦੇ ਵਿੱਚ ਟੋਟਲ 7533 FIR ਦਰਜ ਹੋਈਆਂ ਨੇ, ਜਿਸ 'ਚ 9917 ਅਕਿਊਜ਼ਡ ਜਿਹੜੇ ਨੇ ਅਰੈਸਟ ਕੀਤੇ ਗਏ ਨੇ। ਔਰ ਇਹਨਾਂ ਵਿੱਚੋਂ ਕਮਰਸ਼ੀਅਲ ਕੁਆਂਟੀਟੀ ਦੀਆਂ 852 FIR ਨੇ, ਮੀਡੀਅਮ ਕੁਆਂਟੀਟੀ ਦੀਆਂ 5707 ਅਤੇ ਸਮੌਲ ਕੁਆਂਟੀਟੀ ਦੀਆਂ 1010 FIR ਨੇ। ਸਭ ਤੋਂ ਵੱਧ FIR ਜਿਹੜੀਆਂ ਦਰਜ ਹੋਈਆਂ 579 ਅੰਮ੍ਰਿਤਸਰ ਕਮਿਸ਼ਨਰੇਟ 'ਚ ਦਰਜ ਹੋਈਆਂ, 554 ਫਿਰੋਜ਼ਪੁਰ 'ਚ ਦਰਜ ਹੋਈਆਂ ਔਰ 417 ਪਟਿਆਲਾ ਦੇ ਵਿੱਚ ਦਰਜ ਹੋਈਆਂ। ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਭ ਤੋਂ ਵੱਧ FIR 63 FIR ਪਟਿਆਲੇ 'ਚ ਦਰਜ ਹੋਈਆਂ, 50 FIR ਕਮਿਸ਼ਨਰੇਟ ਲੁਧਿਆਣਾ 'ਚ ਦਰਜ ਹੋਈਆਂ ਔਰ 46 FIR ਜਿਹੜੀਆਂ ਨੇ STF ਦਾ ਜਿਹੜਾ ਪੁਲਿਸ ਸਟੇਸ਼ਨ ਆ SAS ਨਗਰ ਦੇ ਵਿੱਚ ਉੱਥੇ ਦਰਜ ਹੋਈਆਂ। ਟੋਟਲ ਜਿਹੜੀਆਂ FIR 6 ਮਹੀਨਿਆਂ 'ਚ ਦਰਜ ਹੋਈਆਂ ਉਹ 7533 FIR ਦਰਜ ਹੋਈਆਂ। 7533 ਰਿਕਵਰੀ ਜਿਹੜੀ ਹੋਈ ਹੈ ਇਸ ਸਮੇਂ ਦੇ ਦੌਰਾਨ, ਉਹ ਟੋਟਲ ਹੈਰੋਇਨ ਦੀ ਰਿਕਵਰੀ 565 ਕਿਲੋ ਦੀ ਰਿਕਵਰੀ ਹੋਈ ਹੈ। 565 ਕਿਲੋ ਦੇ ਵਿੱਚ 418 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਵਿਦਿਨ ਪੰਜਾਬ ਹੋਈ ਆ। 147.5 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ, ਜਿਹਦੇ 'ਚ ਪੰਜਾਬ ਪੁਲਿਸ ਦਾ ਬੜਾ ਐਕਟਿਵ ਰੋਲ ਸੀ ਰਿਕਵਰੀ ਦੇ ਵਿੱਚ, ਉਹ ਹੋਈ ਹੈ। 407 ਕਿਲੋ OPM ਦੀ ਰਿਕਵਰੀ ਹੋਈ ਹੈ। 233 ਕੁਇੰਟਲ ਜਿਹੜੀ ਆ ਉਹ ਪੌਪੀ ਹਸਕ ਦੀ ਰਿਕਵਰੀ ਹੋਈ ਹੈ। 24 ਕਿਲੋ ਦੀ ਚਰਸ ਦੀ ਰਿਕਵਰੀ ਹੋਈ ਹੈ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਜਿਹੜਾ ਹੈ 7,71,51,641 ਕਰੋੜ ਦੀ ਜਿਹੜੀ ਆ 7,71,51,641 ਜਿਹੜਾ ਇਹ ਡਰੱਗ ਮਨੀ ਦੀ ਰਿਕਵਰੀ ਹੋਈ ਹੈ। 1918 ਵਹੀਕਲ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਆ, ਜਿਹੜੇ NDPS ਐਕਟ ਦੇ ਕੇਸਾਂ ਦੇ ਵਿੱਚ ਇਨਵੋਲਵ ਸੀਗੇ। ਜਿੱਥੋਂ ਤੱਕ ਮੈਡੀਕਲ ਡਰੱਗਸ ਦਾ ਸਵਾਲ ਆ, ਜਿਹਦੇ ਵਿੱਚ ਇੰਜੈਕਸ਼ਨ, ਟੈਬਲੇਟਸ, ਕੈਪਸੂਲ, ਸਿਰਪ ਆ, ਉਹ 33,88,725 ਯੂਨਿਟਸ ਜਿਹੜੇ ਆ ਉਹਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ। ਔਰ ਇਸੇ ਦੌਰਾਨ ਜਿਹੜੀ ਆਪਣੀ ਸਪੈਸ਼ਲ ਕੈਂਪੇਨ ਚੱਲ ਰਹੀ ਸੀ POs ਦੇ ਖਿਲਾਫ, NDPS ਐਕਟ ਦੇ ਖਿਲਾਫ, ਉਹਦੇ ਵਿੱਚ 608 POs ਓਬਲੀਕ ਅਬਸਕੌਂਡਰਸ ਜਿਹੜੇ ਨੇ NDPS ਐਕਟ ਦੇ, ਉਹ ਫੜੇ ਗਏ ਇਸ ਸਮੇਂ ਦੇ ਦੌਰਾਨ। ਜਿਹੜਾ ਹੋਣ ਵਾਲਾ ਹਫਤਾ ਸੀਗਾ, ਕਿਉਂਕਿ ਹਫਤਾਵਾਰ ਆਪਾਂ ਹਮੇਸ਼ਾ ਪ੍ਰੈਸ ਕਾਨਫਰੰਸ ਕਰਦੇ, ਇਸ ਹਫਤੇ ਦੇ ਵਿੱਚ 247 FIR ਦਰਜ ਹੋਈਆਂ ਅਤੇ 311 ਅਕਿਊਜ਼ ਜਿਹੜੇ ਨੇ ਅਰੈਸਟ ਕੀਤੇ ਆ। ਉਹਦੇ ਵਿੱਚ 19 ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ, 246 ਮੀਡੀਅਮ ਕੁਆਂਟੀਟੀ ਦੇ ਔਰ 18 ਸਮੌਲ ਕੁਆਂਟੀਟੀ ਦੇ ਕੇਸਿਸ ਨੇ। ਸਭ ਤੋਂ ਵੱਧ ਇਸ ਹਫਤੇ ਦੇ ਦੌਰਾਨ ਫਿਰੋਜ਼ਪੁਰ 'ਚ ਦਰਜ ਹੋਈਆਂ 27 FIR, 26 ਹੁਸ਼ਿਆਰਪੁਰ 'ਚ, 19 ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ। ਹੈਰੋਇਨ ਦੀ ਜਿਹੜੀ ਰਿਕਵਰੀ ਹੋਈ ਆ ਉਹ 11 ਕਿਲੋ ਦੀ ਰਿਕਵਰੀ ਹੋਈ ਹੈ, OPM ਦੀ 9 ਕਿਲੋ ਦੀ, ਪੌਪੀ ਹਸਕ ਦੀ 637 ਕਿਲੋ ਦੀ ਔਰ ਇੰਜੈਕਸ਼ਨ ਟੈਬਲੇਟਸ ਦੀ 32,118 ਦੀ ਰਿਕਵਰੀ ਹੋਈ ਹੈ ਔਰ 13 POs ਓਬਲੀਕ ਅਬਸਕੌਂਡਰਸ ਫੜੇ ਆ। ਤਾਂ ਸਭ ਤੋਂ ਜਿਹੜੀ ਰਿਮਾਰਕੇਬਲ ਅਚੀਵਮੈਂਟ ਜਿਹੜੀ ਹੁਣੇ ਹੋਈ ਹੈ ਰੀਸੈਂਟਲੀ, ਉਹ ਫਾਜ਼ਿਲਕਾ ਦੇ ਵਿੱਚ ਹੋਈ ਹੈ, ਜਿੱਥੇ 31 ਕਿਲੋ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ। 29 ਪੈਕਟ ਫੜੇ ਗਏ ਆ, ਜਿਹਦੇ ਵਿੱਚ 2 ਅਕਿਊਜ਼ਡ ਅਰੈਸਟ ਹੋਏ ਆ, ਇੱਕ ਪਰਮਜੀਤ ਸਿੰਘ ਪੰਮਾ ਔਰ ਇੱਕ ਜਿਹੜਾ ਹੈ ਉਹ ਆਰਮੀ ਦਾ ਜਵਾਨ ਸੀਗਾ, ਜਿਹਦਾ ਨਾਮ ਡਿਸਕਲੋਜ਼ ਨਹੀਂ ਕੀਤਾ ਗਿਆ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨਸ। ਔਰ ਦੂਸਰੀ ਗੱਲ ਜਿਹੜੀ ਦੱਸਣਯੋਗ ਹੈ ਕਿ ਫਾਜ਼ਿਲਕਾ ਦੇ ਵਿੱਚ ਉਹਨਾਂ ਨੇ ਬੜੀ ਵਧੀਆ SOP ਬਣਾਈ ਹੋਈ ਆ ਬਾਰਡਰ ਦੇ ਉੱਤੇ, ਜਿਹਦੇ 'ਚ ਵਿਲੇਜ ਡਿਫੈਂਸ ਕਮੇਟੀਜ਼ ਬੜਾ ਇਫੈਕਟਿਵਲੀ ਕੰਮ ਕਰ ਰਹੀਆਂ। ਕਰੀਬ ਉੱਥੇ 36 ਪਿੰਡ ਆ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਟੱਚ ਕਰਦੇ ਆ, ਅਤੇ 63 ਪਿੰਡ ਆ ਜਿਨ੍ਹਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਜ਼ ਕੰਮ ਕਰ ਰਹੀਆਂ। ਸੋ ਉਹਦੀ ਜਿਹੜੀ ਬਣਤਰ ਆ ਵਿਲੇਜ ਡਿਫੈਂਸ ਕਮੇਟੀ ਦੀ, ਉਹ 'ਚ ਕਰੀਬ 7 ਤੋਂ ਲੈ ਕੇ 11 ਦੇ ਆਸ-ਪਾਸ ਹਰ ਕਮੇਟੀ ਦੇ ਵਿੱਚ ਜਿਹੜੇ ਨੇ ਉਹ ਉਹਦੇ ਮੈਂਬਰ ਆ ਉਸ ਕਮੇਟੀ ਦੇ, ਜਿਹਦੇ 'ਚ ਐਕਸ ਆਰਮੀ ਪਰਸਨਸ ਵੀ ਆ, ਐਕਸ ਪੁਲਿਸ ਅਫੀਸ਼ੀਅਲਸ ਵੀ ਆ, ਯੂਥ ਵੀ ਆ ਔਰ SSP ਫਾਜ਼ਿਲਕਾ ਉਹਨਾਂ ਨੇ ਇੱਕ ਬੜੀ ਵਧੀਆ SOP ਬਣਾਈ ਹੈ। ਤਦੇ ਹੀ ਉੱਥੇ ਆਪਾਂ ਦੇਖਣ 'ਚ ਆਇਆ ਕਿ ਰੀਸੈਂਟਲੀ 26 ਕਿਲੋ ਦੀ ਪਹਿਲਾਂ ਹੈਰੋਇਨ ਦੀ ਰਿਕਵਰੀ ਹੋਈ, 29 ਕਿਲੋ 31 ਕਿਲੋ ਦੀ ਹੁਣ ਹੋਈ। ਸੋ ਬਹੁਤ ਇਫੈਕਟਿਵਲੀ ਕੰਮ ਕਰ ਰਹੀ ਹੈ। ਅੱਜ ਹੀ ਮਾਨਯੋਗ DGP ਸਾਹਿਬ ਨੇ ਸਾਰੇ ਪੰਜਾਬ ਦੇ ਜਿਹੜੇ SHOs, DSPs, SSPs, CPs, IG ਰੇਂਜਿਸ,
ਉਹਨਾਂ ਨਾਲ ਵੀ ਇੱਕ ਅੱਜ 1-to-1 VC ਕੀਤੀ ਸੀਗੀ ਬੜੀ ਡਿਟੇਲ ਦੇ ਵਿੱਚ। ਉਹਦੇ 'ਚ ਹੋਰ ਕਈ ਜਿਹੜੇ ਉਹਨਾਂ ਨੇ ਪਹਿਲੂਆਂ ਦੇ ਉੱਤੇ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ, ਜਿਹਦੇ ਬਾਰੇ 'ਚ ਜਲਦੀ ਜਿਹੜਾ ਪ੍ਰੈਸ ਨੂੰ ਦੱਸਿਆ ਜਾਊਗਾ। ਬਟ ਉਹਦੇ 'ਚ ਵੀ ਇੱਕ ਮੁੱਖ ਮੁੱਦਾ ਜਿਹੜਾ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਜ਼ ਨੂੰ ਸਟਰੈਂਥਨ ਕਰਨਾ ਸੀਗਾ। ਸੋ ਜਿੰਨਾ ਸਾਡਾ 553 ਕਿਲੋਮੀਟਰ ਦਾ ਬਾਰਡਰ ਆ ਪੰਜਾਬ ਦਾ, ਜਿਹਦੇ ਵਿੱਚ ਕਾਫੀ ਜ਼ਿਲ੍ਹੇ ਲੱਗਦੇ ਆ, 2 ਮੇਨ ਰੇਂਜਿਸ ਲੱਗਦੀਆਂ, ਜਿਹਦੇ ਵਿੱਚ ਫਿਰੋਜ਼ਪੁਰ ਰੇਂਜ ਆ ਔਰ ਜਿਹੜੀ ਆ ਬਾਰਡਰ ਰੇਂਜ ਆ ਜਿਹੜੀ ਟੱਚ ਕਰਦੀ ਉਹਨੂੰ, ਉਹ ਸਾਰਿਆਂ 'ਚ ਹੀ ਵਿਲੇਜ ਡਿਫੈਂਸ ਕਮੇਟੀਜ਼ ਨੂੰ ਹੋਰ ਸਟਰੈਂਥਨ ਕੀਤਾ ਜਾਊਗਾ। ਕਿਉਂਕਿ ਦੇਖਣ 'ਚ ਆਇਆ ਕਿ ਬਾਰਡਰ ਏਰੀਆਜ਼ ਦੇ ਵਿੱਚ ਜਿਹੜੀ ਡਰੱਗਸ ਦੀ ਆਮਦ ਹੁੰਦੀ ਆ ਡਰੋਨ ਦੇ ਰਾਹੀਂ ਜਾਂ ਪਾਈਪਸ ਦੇ ਰਾਹੀਂ, ਉਹਨੂੰ ਫੜਨ ਦੇ ਵਿੱਚ ਜਾਂ ਕੰਟਰੀਬਿਊਸ਼ਨ ਜਿਹੜੀ ਹੁੰਦੀ ਆ, ਕੋਆਰਡੀਨੇਸ਼ਨ ਜਿਹੜਾ ਹੁੰਦਾ ਹੈ, ਉਹ ਵਿਲੇਜ ਡਿਫੈਂਸ ਕਮੇਟੀਜ਼ ਦਾ ਬੜਾ ਅੱਛਾ ਯੋਗਦਾਨ ਉਹ 'ਚ ਦੇਖਣ ਨੂੰ ਮਿਲਿਆ ਹੈ। ਸੋ ਇਹ ਸਾਰੇ ਪੰਜਾਬ 'ਚ ਵਿਲੇਜ ਡਿਫੈਂਸ ਕਮੇਟੀਜ਼ ਨੂੰ ਹੋਰ ਸਟਰੈਂਥਨ ਕਰਨ ਜਾ ਰਹੇ ਹਾਂ ਅਸੀਂ। ਦੂਸਰਾ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਡਰੱਗਸ ਦੇ ਬਾਰੇ 'ਚ ਜਿਹੜਾ ਇੱਕ ਪ੍ਰੈਵਲੈਂਸ ਜਿਹੜੀ ਆ ਡਰੱਗਸ ਦੀ ਜਾਂ ਪਰਸੈਪਸ਼ਨ ਜਿਹੜੀ ਆ, ਉਹਦੇ ਵਾਸਤੇ ਯੂਥ ਨੂੰ ਨਾਲ ਇਨਵੋਲਵ ਕਰ ਰਹੇ ਹਾਂ। ਸਪੋਰਟਸ ਕਲੱਬਸ ਨੂੰ ਇਨਵੋਲਵ ਕਰਾਂਗੇ, ਯੂਥ ਕਲੱਬਸ ਨੂੰ ਇਨਵੋਲਵ ਕਰਾਂਗੇ, ਤਾਂ ਜੋ ਲੋਕਾਂ ਵੱਲੋਂ ਵੀ ਇੱਕ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਨੇ ਮਤਾ ਪਾਇਆ ਸੀਗਾ ਕਿ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਡਰੱਗਸ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਊਗਾ। ਸੋ ਸਿਮਿਲਰ ਜਿਹੜਾ ਹੈ ਬਾਕੀ SHOs ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਲੈਵਲ 'ਤੇ ਟੇਕਅਪ ਕਰਨ ਪੰਚਾਇਤਾਂ ਦੇ ਨਾਲ, ਕਿਉਂਕਿ ਇਹ ਜਿਹੜਾ ਮੈਨੇਸ ਆ ਨਾ ਡਰੱਗਸ ਦਾ ਜੀ, ਇੱਕ ਸੋਸ਼ਲ ਲੈਵਲ 'ਤੇ ਵੀ ਟੈਕਲ ਕਰਨਾ ਬੜਾ ਜ਼ਰੂਰੀ ਆ। ਪੁਲਿਸ ਜਿਹੜਾ ਆਪਣਾ ਕੰਮ ਕਰ ਰਹੀ ਆ, ਜਿਹੜੀ ਆਪਾਂ ਰਿਕਵਰੀਜ਼ ਕਰ ਰਹੇ ਹਾਂ, ਜੋ ਕੁਛ ਅਸੀਂ ਕਰ ਰਹੇ ਹਾਂ, ਇਨਫੋਰਸਮੈਂਟ ਕਰ ਰਹੇ ਹਾਂ ਅਸੀਂ, ਪਰ ਇਹਦੇ ਨਾਲ ਨਾਲ ਅਵੇਅਰਨੈਸ ਔਰ ਜਿਹੜੀ ਸੁਸਾਇਟੀ ਦੀ ਇਨਵੋਲਵਮੈਂਟ ਆ ਬੜੀ ਜ਼ਰੂਰੀ ਆ। ਸੋ ਹੁਣ ਜਿਹੜਾ ਜੰਗੀ ਪੱਧਰ ਦੇ ਉੱਤੇ ਇਸ ਸਾਲ ਤੋਂ ਸਾਰਿਆਂ ਨੂੰ ਨਾਲ ਲੈ ਕੇ, ਪੰਚਾਇਤਾਂ ਨੂੰ ਲੈ ਕੇ, ਵਿਲੇਜ ਡਿਫੈਂਸ ਕਮੇਟੀਜ਼ ਨੂੰ ਲੈ ਕੇ ਇਹਦੇ 'ਤੇ ਜਿਹੜਾ ਸ਼ਿਕੰਜਾ ਹੋਰ ਜ਼ਿਆਦਾ ਚੰਗੀ ਤਰ੍ਹਾਂ ਕੱਸਿਆ ਜਾਊਗਾ, ਤਾਂ ਜੋ ਲੋਕਾਂ 'ਚ ਇੱਕ ਭਾਵਨਾ ਆਵੇ ਕਿ ਵੀ ਡਰੱਗਸ ਦਾ ਜਿਹੜਾ ਪ੍ਰੈਵਲੈਂਸ ਆ ਉਹ ਘਟਿਆ ਹੈ ਔਰ ਅਵੇਲੇਬਿਲਿਟੀ ਘਟਣੀ ਚਾਹੀਦੀ ਆ ਔਰ ਡਿਮਾਂਡ ਵੀ ਘਟਣੀ ਚਾਹੀਦੀ ਹੈ, ਜਿਹੜਾ ਸਾਡਾ ਫੋਕਸ ਆ। ਸੋ ਡਿਮਾਂਡ 'ਤੇ ਵੀ ਬਹੁਤ ਜ਼ਿਆਦਾ ਫੋਕਸ ਰਹੇਗਾ ਕਿ ਡਿਮਾਂਡ ਵੀ ਘਟੇ ਡਰੱਗਸ ਦੀ। ਉਹ ਮੈਂ ਕਰ ਰਿਹਾ ਜੀ। जी 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 जो आज जो हुआ है ना, जो वहाँ पे जो AGTF के कोऑर्डिनेशन से मुंबई में, उसमें जो प्राइमा ऑफिसर अभी हमारे पास इंफॉर्मेशन आई है, बाकी डिटेल्स अभी अवेटेड है उसमें। तो 3 लोग हैं जो अरेस्ट किए हैं। एक शिवम अवतार सिंह मालो है, एक गुरमुख नरेश कुमार सिंह है और एक अमनदीप कुमार है। उसमें हमारी AGTF की जो टीम थी, जिसमें DSP राजन परमिंदर, उनकी सुपरविज़न में टीम गई हुई थी। तो वहाँ पे जो नवी मुंबई जो यूनिट है उनका, महाराष्ट्र एंटी टेररिज्म स्क्वाड का, उनके साथ मिलकर इन तीनों को अरेस्ट किया है। एक मर्डर केस है नवां शहर का, मक्खन मर्डर केस, जो काफ़ी सेंसेशनल मर्डर था, उसमें ये तीनों वांटेड थे। सोनू खत्री के ये एसोसिएट्स हैं तीनों। सो अभी हमारी टीम वहीं पे है। फर्दर जो इनकी जो इंटेरोगेशन है और इस केस की इन्वेस्टिगेशन है वो भी चल रही है, और जैसे और डिटेल्स आएगी हम शेयर करेंगे। ਇਹਦੇ ਵਿੱਚ 3 ਬੰਦੇ ਅਸੀਂ ਜਿਹੜੀ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਨਾਂ ਨੇ ਤੇ ਨਵੀਂ ਮੁੰਬਈ ਦੀ ਜਿਹੜੀ ਐਂਟੀ ਟੈਰਰਿਸਟ ਸਕੁਆਡ ਆ ਉਹਨਾਂ ਦੇ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ DSP ਰਾਜਨ ਪਰਮਿੰਦਰ ਆ ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ 3 ਬੰਦਿਆਂ ਨੂੰ ਅਰੈਸਟ ਕੀਤਾ ਹੈ, ਜਿਹਦੇ 'ਚ ਇੱਕ ਸ਼ਿਵਮ ਅਵਤਾਰ ਸਿੰਘ ਮਾਲੋ ਆ, ਇੱਕ ਗੁਰਮੁਖ ਨਰੇਸ਼ ਕੁਮਾਰ ਸਿੰਘ ਆ ਔਰ ਇੱਕ ਅਮਨਦੀਪ ਕੁਮਾਰ ਏਲੀਅਸ ਰਾਂਚੋ ਆ। ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਹੈ। ਇੱਕ ਮੱਖਣ ਮਰਡਰ ਕੇਸ ਹੋਇਆ ਸੀਗਾ, ਉਸ ਕੇਸ ਦੇ ਵਿੱਚ ਇਹ ਤਿੰਨੋਂ ਵਾਂਟਡ ਸੀਗੇ। ਤਿੰਨੋਂ ਸੋਨੂ ਖੱਤਰੀ ਜਿਹੜਾ ਉਹਦੇ ਸੋਨੂ ਖੱਤਰੀ ਦੇ ਇਹ ਐਸੋਸੀਏਟਸ ਨੇ ਤਿੰਨੋਂ। ਔਰ ਫਰਦਰ ਇਹਦੀ ਇਨਵੈਸਟੀਗੇਸ਼ਨ ਅਜੇ ਜਿਹੜੀ ਆ ਉਹ ਜਾਰੀ ਆ। ਟੀਮ ਸਾਡੀ ਅਜੇ ਉੱਥੇ ਹੀ ਆ। ਜਦੋਂ ਵਾਪਸ ਆਉਣਗੇ ਫਰਦਰ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਜੋ ਹੋਰ ਡਿਟੇਲਸ ਆਉਣਗੀਆਂ ਉਹ ਮੀਡੀਆ ਦੇ ਨਾਲ ਸਾਰੀਆਂ ਸ਼ੇਅਰ ਕੀਤੀਆਂ जाएंगी। ये अभी वेरीफाई कर रहे हैं, बिकॉज ये दोनों जो है ये सारे आपस में लिंक्ड हैं। रिंदा है, सोनू खत्री है, सारे लिंक्ड हैं। सो बट डायरेक्ट एसोसिएट्स ये सोनू खत्री के हैं, और बाकी जो रिंदा के बारे में भी अभी वेरीफाई किया जा रहा है इसमें। देखो साडा राठी जी बहुत अच्छा कोऑर्ਡੀਨੇਸ਼ਨ ਆ। ਜਿੱਥੇ ਵੀ ਜ਼ਰੂਰਤ ਪੈਂਦੀ ਹੈ ਪੰਜਾਬ ਪੁਲਿਸ ਨੂੰ ਉੱਥੇ ਹੀ, ਜਿੱਦਾਂ ਹੁਣ ਰਾਜਸਥਾਨ ਪੁਲਿਸ ਨਾਲ ਉਦੋਂ ਕੋਆਰਡੀਨੇਟ ਕੀਤਾ ਸੀਗਾ, ਦਿੱਲੀ ਪੁਲਿਸ ਦੇ ਨਾਲ ਰਹਿੰਦਾ ਹੈ, ਸਿਮਿਲਰਲੀ ਮੁੰਬਈ ਪੁਲਿਸ ਦੇ ਨਾਲ। ਸੋ ਸਾਰਿਆਂ ਨਾਲ ਕੋਆਰਡੀਨੇਸ਼ਨ ਰਹਿੰਦਾ ਹੈ, ਕਿਉਂਕਿ ਇੱਕ ਜੁਆਇੰਟ ਆਪਰੇਸ਼ਨ ਸੀਗਾ
ਜਿਹਦੇ 'ਚ ਇਨਪੁਟਸ ਸਾਰੀਆਂ ਪੰਜਾਬ ਪੁਲਿਸ ਦੀਆਂ ਸੀਗੀਆਂ। ਫਰਦਰ ਜਿੱਥੇ ਦੀ ਜ਼ਰੂਰਤ ਹੁੰਦੀ ਹੈ, ਜਿੱਥੋਂ ਦੀ ਪੁਲਿਸ ਦੀ ਪ੍ਰੋਪਰ, ਉੱਥੋਂ ਸਾਨੂੰ ਸਹਿਯੋਗ ਮਿਲਦਾ ਵਾ। ਔਰ ਇਹ ਜਦੋਂ ਆਪਾਂ ਸਿਰਫ ਇਸ ਦੀ ਗੱਲ ਨਹੀਂ ਕਰ ਰਹੇ, ਹੁਣ ਜਿੱਦਾਂ NCB ਨੇ ਇੱਕ ਬੜਾ ਵੱਡਾ ਰੈਕੇਟ ਫੜਿਆ ਹੈ, ਉਹਨਾਂ ਨੇ 16 ਬੰਦੇ ਜਿਹੜੇ ਨੇ ਅਰੈਸਟ ਕੀਤੇ ਨੇ ਡਰੱਗਸ ਦੇ ਕੇਸ ਵਿੱਚ। ਉਹਦੇ 'ਚ 2 ਕਲੈਂਡਨਸਟੀਨ ਜਿਹੜੀਆਂ ਲੈਬੋਰੇਟਰੀਜ਼ ਚੱਲ ਰਹੀਆਂ ਸੀਗੀਆਂ, ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਆ। ਉਹ ਵੀ ਇੱਕ ਜੁਆਇੰਟ ਆਪਰੇਸ਼ਨ ਸੀਗਾ। ਜਿਹੜਾ ਸਾਡਾ ਕਾਊਂਟਰ ਇੰਟੈਲੀਜੈਂਸ ਵਿੰਗ ਆ, ਦੇ ਵਰ ਇਨ ਕੌਨਸਟੈਂਟ ਟੱਚ ਵਿਦ NCB। ਸੋ NCB ਦੇ ਜਿਹੜੇ ਆਪਣੇ ਜ਼ੋਨਲ ਡਾਇਰੈਕਟਰ ਨੇ, ਉਹਨਾਂ ਨੇ ਵੀ ਬੜੀ ਵਿਸਥਾਰ 'ਚ ਇਹਦੇ ਬਾਰੇ 'ਚ ਦੱਸਿਆ ਹੈ। ਔਰ ਪੰਜਾਬ ਪੁਲਿਸ ਦਾ ਜਿਹੜਾ ਕੋਆਰਡੀਨੇਸ਼ਨ ਸੀ, ਉਹਨੂੰ ਵੀ ਐਕਨੋਲਜ ਕੀਤਾ ਉਹਨਾਂ ਨੇ। ਸੋ ਸਾਡਾ ਪੰਜਾਬ ਪੁਲਿਸ ਦਾ ਵਿਦ NCB, ਵਿਦ ਜਿੱਦਾਂ ਬਾਰਡਰ ਦੀ ਗੱਲ ਕਰੀਏ BSF ਦੇ ਨਾਲ, ਡਰੱਗਸ ਦੀ ਗੱਲ ਕਰੀਏ NCB ਦੇ ਨਾਲ, ਸਿਮਿਲਰਲੀ ਬਾਕੀ ਸਟੇਟਸ ਦੀਆਂ ਜਿਹੜੀਆਂ ਸਪੈਸ਼ਲਾਈਜ਼ਡ ਫੋਰਸਿਸ ਉਹਨਾਂ ਨਾਲ ਵੀ, ਔਰ ਸਟੇਟਸ ਦੀ ਜਿਹੜੀ ਪੁਲਿਸ ਆ ਉਹਨਾਂ ਨਾਲ ਵੀ ਬੜਾ ਵਧੀਆ ਕੋਆਰਡੀਨੇਸ਼ਨ ਆ। ਕਿਉਂਕਿ ਸਾਡੇ ਆਪਣੇ ਜਿਹੜੇ ਸਪੈਸ਼ਲਾਈਜ਼ਡ ਯੂਨਿਟਸ ਆ, ਚਾਹੇ ਉਹ ਇੰਟਰਨਲ ਸਿਕਿਉਰਿਟੀ ਹੋਵੇ, ਕਾਊਂਟਰ ਇੰਟੈਲੀਜੈਂਸ ਆ, ਐਂਟੀ ਗੈਂਗਸਟਰ ਟਾਸਕ ਫੋਰਸ ਆ, ਇਹ ਸਾਰੇ ਹੀ ਬਾਕੀ ਜਿਹੜੀਆਂ ਏਜੰਸੀਜ਼ ਆ, ਸੈਂਟਰਲ ਏਜੰਸੀਜ਼ ਦੇ ਨਾਲ ਵੀ ਔਰ ਸਟੇਟ ਏਜੰਸੀਜ਼ ਦੇ ਨਾਲ ਵੀ ਇਫੈਕਟਿਵਲੀ ਕੋਆਰਡੀਨੇਟ ਕਰਕੇ ਹੀ ਚੱਲ ਰਹੀਆਂ ਬਹੁਤ ਵਧੀਆ ਤਰ੍ਹਾਂ। ਸਰ ਇਹਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ, ਕੈਦੀ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਚੀਜ਼ਾਂ ਸਾਹਮਣੇ ਆਉਂਦੇ ਨੇ, ਜਿਨ੍ਹਾਂ ਕੈਦੀਆਂ ਨੇ ਹਮਲਾ ਕੀਤਾ ਜੇਲ੍ਹ ਦੇ ਵਿੱਚ, ਕਿਸ ਦੇ ਪਿੱਛੇ ਕੋਈ ਸਾਜ਼ਿਸ਼ ਹੋਏਗੀ ਉਹਨਾਂ ਨੇ ਹਮਲਾ? ਇਹਦੀਆਂ ਅਜੇ ਨਾ ਡਿਟੇਲਸ ਅਵੇਟਡ ਨੇ ਜੀ, ਅਜੇ ਤਾਂ ਜਸਟ ਜਦੋਂ ਮੈਂ ਆ ਰਿਹਾ ਸੀ ਉਦੋਂ ਹੀ ਪਤਾ ਲੱਗਿਆ। ਸੋ ਕੋਈ ਡਿਟੇਲਸ ਆਉਂਦੀਆਂ ਫਿਰ ਆਪਾਂ ਸ਼ੇਅਰ ਕਰ ਲਾਂਗੇ। ਅਜੇ ਤਾਂ ਬਹੁਤ ਪ੍ਰੀਲਿਮਿਨਰੀ ਜੀ ਇਨਫੋਰਮੇਸ਼ਨ ਆਈ ਹੈ। ਸਰ ਤੁਸੀਂ ਦੱਸਿਆ ਕਿ NCB ਨੇ ਲੁਧਿਆਣਾ ਦੀ ਲੈਬ ਚੱਲ ਰਹੀ ਜੀ ਉਹ ਸਾਰਾ ਲੈਵਲ ਤੇ ਜਿਹੜੀ ਹੈ ਪ੍ਰੋਪਰਟੀ ਵੀ ਸੀਜ਼ ਕੀਤੀ, ਹਾਲਾਂਕਿ ਉਹਨਾਂ ਨੇ ਕਿਹਾ ਕਿ ਕਾਊਂਟਰ ਪੰਜਾਬ ਪੁਲਿਸ ਦਾ ਸਹਿਯੋਗ ਹੈ। ਤੇ ਇਸ ਤਰ੍ਹਾਂ ਦੀ ਕਿ ਸਾਰੇ ਜਿਹੜੇ ਬੜੇ ਨੇ ਅਕਸ਼ੇ ਛਾਬੜਾ ਜਿਹੜਾ ਇਹਨਾਂ ਦਾ ਮਾਸਟਰ ਉਹ ਹੈ ਦੁਬਈ ਤੋਂ ਰਿਲੇਟਡ ਹੈਗੇ, ਕ੍ਰੋਸ ਬਾਰਡਰ ਹੈਗੇ, ਤੇ ਪੰਜਾਬ ਪੁਲਿਸ ਕਿਸ ਤਰ੍ਹਾਂ ਕਰ ਰਹੀ, ਕਿਉਂਕਿ ਇਹ ਜਿਹੜਾ ਨੈਕਸਸ ਹੈ ਬਹੁਤ ਵੱਡਾ ਹੈ। ਉਹ ਕਹਿੰਦੇ ਵਾਈਟ ਕਾਲਰ ਵੀ ਇਹਦੇ ਵਿੱਚ ਇਨਵੋਲਵ ਨੇ, ਲਗਾਤਾਰ ਅਸੀਂ ਇਹਦੇ ਵਿੱਚ ਕੰਮ ਕਰ ਰਹੇ। ਨਹੀਂ ਦੇਖੋ, ਇਹਦੀ ਇਨਵੈਸਟੀਗੇਸ਼ਨ ਪ੍ਰਾਇਮਰੀ ਤੌਰ ਤੇ ਕਿਉਂਕਿ ਕੇਸ NCB ਦੇ ਕੋਲ ਆ, ਬਟ ਸਾਡਾ ਜਿਹੜਾ ਕਾਊਂਟਰ ਇੰਟੈਲੀਜੈਂਸ ਜਿਹੜਾ ਯੂਨਿਟ ਆ ਉਹ ਤਾਂ ਕਨਸਟੈਂਟਲੀ ਟੱਚ 'ਚ ਆ। ਫਰਦਰ ਜਿਹੜੇ ਏਰੀਆ 'ਚ ਜੋ ਉਹਨਾਂ ਨੇ ਦੇਖੋ ਪ੍ਰੋਪਰਟੀਜ਼ ਫਰੀਜ਼ ਕਰ ਰਹੀਆਂ, ਉਹਨਾਂ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜੀ ਕੋਆਰਡੀਨੇਸ਼ਨ ਦੀ ਜ਼ਰੂਰਤ ਆ। ਉਹ ਜਿਸ ਤਰ੍ਹਾਂ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਹੀ ਆ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹਰ ਪਹਿਲੂ ਤੋਂ ਚੱਲ ਰਹੀ ਆ। ਜਿੱਥੋਂ ਤੱਕ ਪ੍ਰੋਪਰਟੀਜ਼ ਦੀ ਗੱਲ ਕਰ ਰਹੇ ਆਪਾਂ, ਪ੍ਰੋਪਰਟੀਜ਼ ਸੀਜ਼ਰ 'ਤੇ ਵੀ ਚੱਲ ਰਿਹਾ ਵਾ। ਉਹਨਾਂ ਦੇ ਐਸੋਸੀਏਟਸ ਦੇ ਰੋਲ ਵੀ ਐਗਜ਼ਾਮਿਨ ਕਰ ਰਹੇ ਆ। ਟੈਕਨੀਕਲ ਜਿਹੜਾ ਸਰਵੇਲੈਂਸ ਆ ਜਿਹੜੀ ਉਹ ਵੀ ਚੱਲ ਰਹੀ ਆ। ਸੋ ਜਿੱਥੇ ਜਿੱਥੇ ਸਾਡੀ ਜ਼ਰੂਰਤ ਹੋਏਗੀ ਪੰਜਾਬ ਪੁਲਿਸ ਦੀ, ਉਹ ਸਾਰੀ, ਬਲਕਿ ਇਟਸ ਅ ਜੁਆਇੰਟ ਆਈ ਵੁੱਡ ਸੇ ਕਿ ਜਿੱਦਾਂ ਸਾਨੂੰ ਵੀ ਜ਼ਰੂਰਤ ਆ, ਉਹਨਾਂ ਨੂੰ ਵੀ ਜ਼ਰੂਰਤ ਆ। ਕਿਉਂਕਿ ਜਿਹੜਾ ਖਤਮ ਹੋ ਰਿਹਾ ਵਾ, ਜਿਹੜਾ ਕੋਡ ਖਤਮ ਹੋ ਰਿਹਾ, ਉਹ ਤਾਂ ਸਾਡੇ ਏਰੀਏ 'ਚ ਹੀ ਖਤਮ ਹੋ ਰਿਹਾ ਹੈ। ਸਰ ਜਿੱਦਾਂ ਜੱਗੂ ਭਗਵਾਨਪੁਰੀਆ ਦੀ ਉਹਨਾਂ ਨੇ ਗੱਲ ਕੀਤੀ, ਜੇ ਗੈਂਗਸਟਰ ਵੀ ਇਨਵੋਲਵ ਹੈ ਔਰ ਜ਼ਿਲ੍ਹਾ 'ਚ ਕਿਸ ਤਰ੍ਹਾਂ ਨੈਕਸਸ ਚੱਲ ਰਿਹਾ ਹੈ, ਇਹਨੂੰ ਵੀ ਹਾਲਾਂਕਿ ਨਹੀਂ, ਇਹ ਹਮੇਸ਼ਾ ਤੋਂ ਹੀ ਰਹਿੰਦਾ ਹੈ ਜੀ, ਜਿਹੜਾ ਗੈਂਗਸਟਰਸ ਦਾ ਔਰ ਡਰੱਗ ਸਮਗਲਰਸ ਦਾ ਔਰ ਟੈਰਰਿਸਟਸ ਦਾ, ਇਹ ਤਾਂ ਕਾਫੀ ਦੇਰ ਤੋਂ ਇਹ ਫਿਨੋਮਨਾਨ ਹੈਗਾ ਹੈ ਕਿ ਜਿਹੜਾ ਆਲਰੇਡੀ ਇਹ ਨੈਕਸਸ ਚੱਲ ਰਿਹਾ ਵਾ। ਇਹਦੇ ਵਿੱਚ ਵੀ ਇੱਕ ਕੇਸ ਦੇ ਵਿੱਚ ਇੱਕ ਐਸੋਸੀਏਟ ਹੈਗਾ ਜਿਹੜਾ ਬੰਦਾ ਜੱਗੂ ਭਗਵਾਨਪੁਰੀਆ ਨਾਲ ਲਿੰਕਡ ਸੀਗਾ। ਸੋ ਇਸ ਐਂਗਲ ਨੂੰ ਤਾਂ ਤਦੇ ਇਹੀ ਰੀਜ਼ਨ ਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਜਿਹੜਾ ਹੈ ਸਾਡਾ, ਉਹ ਮੇਨਲੀ ਟੈਰਰਿਸਟ ਰਿਲੇਟਡ ਇਸ਼ੂਜ਼ 'ਤੇ ਜ਼ਿਆਦਾ ਆਪਰੇਟ ਕਰਦਾ ਹੈ। ਔਰ ਇਸ ਕੇਸ ਦੇ ਵਿੱਚ ਬਿਕੋਜ਼ ਇੱਕ ਕਾਮਨ ਐਂਗਲ ਸੀਗਾ ਨਾਰਕੋ ਟੈਰਰਿਜ਼ਮ ਦਾ ਵੀ, ਸਮਗਲਿੰਗ ਦਾ ਵੀ ਸਾਰਾ, ਉਸ ਕਰਕੇ ਉਹਨਾਂ ਨਾਲ ਲਗਾਤਾਰ ਟੱਚ ਦੇ ਵਿੱਚ ਨੇ। ਔਰ ਇਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ, ਉਹਦੇ ਵਿੱਚ ਵੀ ਅਸੀਂ ਟੱਚ 'ਚ ਵੀ ਰਵਾਂਗੇ ਔਰ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਆ ਉਹਨਾਂ ਨੂੰ ਸਾਡੀ ਜਾਂ ਸਾਨੂੰ ਉਹਨਾਂ ਦੀ, ਉਹ ਸਾਰਾ ਪ੍ਰੋਪਰ ਕੀਤਾ ਜਾਏਗਾ। ਸਰ NCB ਨੇ ਅੱਜ ਇਹ ਗੱਲ ਵੀ ਕਹੀ ਹੈ, ਕਹਿੰਦੇ ਕਿ ਹਾਲੇ ਵੀ ਜਿਹੜੀ ਤਸਕਰੀ ਹੋ ਰਹੀ ਹੈ, ਜੋ ਵੀ ਪਲੈਨਿੰਗ ਹੋਈ ਹੈ, ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਸਾਰੇ ਨੇ, ਅੰਦਰ ਹੀ ਮੀਟਿੰਗਸ ਹੋ ਰਹੀਆਂ ਨੇ, ਅੰਦਰੋਂ ਹੀ ਸਾਰੀ ਕਾਲਸ ਜਾ ਰਹੀਆਂ ਨੇ। ਉਹਦੇ ਵਾਸਤੇ ਪੰਜਾਬ ਪੁਲਿਸ ਨਹੀਂ ਦੇਖੋ, ਉਹਦੇ ਵਾਸਤੇ ਪਿਛਲੀ ਵਾਰੀ ਨਾ DGP ਸਾਹਿਬ ਨੇ ਕਾਫੀ ਡਿਟੇਲ 'ਚ ਦੱਸਿਆ ਸੀਗਾ। ਪ੍ਰਾਇਮਰੀਲੀ ਪ੍ਰਿਜ਼ਨ ਡਿਪਾਰਟਮੈਂਟ ਇਸ ਚੀਜ਼ ਨੂੰ ਕਰ ਰਿਹਾ। ਇੱਕ ਤਾਂ ਅਸੀਂ ਜੇਲ੍ਹਾਂ ਦੀ ਸਿਕਿਉਰਿਟੀ ਦੀ ਸਟਰੈਂਥਨਿੰਗ ਦੀ ਗੱਲ ਵੀ ਚੱਲ ਰਹੀ ਆ, ਉਹਦੇ ਵਿੱਚ ਕਈ ਪਹਿਲੂ ਨੇ, ਉਹਦੇ ਵਿੱਚ ਕਈ ਇਨਫਰਾਸਟਰਕਚਰਲ ਇਸ਼ੂਜ਼ ਨੇ ਜਿਨ੍ਹਾਂ ਨੂੰ ਟੈਕਲ ਕਰਨਾ ਜ਼ਰੂਰੀ ਆ। ਸੋ ਉਹ ਸਾਰੀਆਂ ਚੀਜ਼ਾਂ, ਕੁਛ ਜੇਲ੍ਸ ਨੂੰ ਹਾਈ ਸਿਕਿਉਰਿਟੀ ਜੇਲ੍ਹ ਬਣਾਉਣ ਦਾ ਵਿਚਾਰ ਕੀਤਾ ਜਾ ਰਿਹਾ ਵਾ। ਸੋ ਉਹ ਜੇਲ੍ਹਾਂ ਦੇ ਉੱਤੇ ਤਾਂ ਬਹੁਤ ਜ਼ਿਆਦਾ ਫੋਕਸ ਆ, ਬਲਕਿ ਜਿਹੜੇ ਹਾਰਡਕੋਰ ਕ੍ਰਿਮੀਨਲਸ ਜੇਲ੍ਹਾਂ ਦੇ ਵਿੱਚ ਬੰਦ ਨੇ, ਦੇਖੋ ਆਪਣੇ ਨੋਟਿਸ 'ਚ ਤਾਂ ਕੁਝ ਕੇਸ ਆਉਂਦੇ ਆ, ਬਹੁਤ ਸਾਰੇ ਪ੍ਰੀਵੈਂਸ਼ਨ ਵੀ ਹੁੰਦੀ ਆ ਉਹਦੇ ਵਿੱਚ। ਕਈ ਚੀਜ਼ਾਂ ਸਰਪ੍ਰਾਈਜ਼ ਚੈਕਿੰਗ ਦੇ ਵਿੱਚ ਮੋਬਾਈਲ ਫੜੇ ਜਾਂਦੇ ਆ, ਕਈ ਵਾਰੀ ਸਰਪ੍ਰਾਈਜ਼ ਚੈਕਿੰਗ ਦੇ ਵਿੱਚ ਕਈ ਜਿਹੜੇ ਤੁਸੀਂ ਕਹਿ ਲਓ ਪਲੈਨਿੰਗਸ ਜਿਹੜੀਆਂ ਨੇ ਅਨਅਰਥ ਹੋ ਜਾਂਦੀਆਂ, ਜਿਹੜੀਆਂ ਕਿ ਐਗਜ਼ੀਕਿਊਟ ਨਹੀਂ ਕੀਤੀਆਂ ਜਾਂਦੀਆਂ। ਸਰ ਇਹਦੇ ਵਿੱਚ ਇਹ ਵੀ ਹੋਏਗਾ ਕਿ ਤੁਸੀਂ ਕਹਿ ਰਹੇ ਹੋ ਕਿ ਹਾਈ ਸਿਕਿਉਰਿਟੀ ਜੇਲ੍ਸ ਬਣੂਗੀਆਂ ਤੇ ਫਿਰ ਨਹੀਂ ਆਈ ਮੀਨ ਟੂ ਸੇ ਕਿ ਇਹ ਤਾਂ ਇੱਕ ਕਨਸਟੈਂਟ ਜਿਹੜਾ ਪ੍ਰੋਸੈਸ ਆ।
ਜਿਹੜੀਆਂ ਜੇਲਸ ਪ੍ਰੈਜ਼ੈਂਟ ਐਗਜ਼ਿਸਟਿੰਗ ਜੇਲਸ ਆ ਉਹਨਾਂ ਨੂੰ ਵੀ ਸਟਰੈਂਥਨ ਕਰਨ ਦੀ ਗੱਲ ਚੱਲ ਰਹੀ ਆ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ, ਕਿਉਂਕਿ ਦੇਖੋ ਪਹਿਲਾਂ ਅਸੀਂ ਜੇਲ੍ਹਾਂ ਦੇ ਵਿੱਚ ਸਪੈਸ਼ਲ ਸੈੱਲਸ ਬਣਾਏ ਸੀਗੇ, ਫਿਰ ਪੈਰਾਮਿਲਟਰੀ ਫੋਰਸਿਸ ਨੂੰ ਉਹਨਾਂ ਸੈੱਲਸ ਦਾ ਚਾਰਜ ਵੀ ਦਿੱਤਾ ਗਿਆ ਹੈ, ਉਹਦੇ ਨਾਲ ਕਾਫੀ ਜ਼ਿਆਦਾ ਫਰਕ ਪਿਆ ਵਾ ਅਜੇ ਵੀ। ਬਟ ਕੁਝ ਕੇਸਿਸ ਇੱਦਾਂ ਦੇ ਆਉਂਦੇ ਕਿ ਜਿੱਦਾਂ ਕਈ ਵਾਰੀ ਬਾਹਰੋਂ ਸੁੱਟ ਦਿੱਤੇ ਜਾਂਦੇ ਆ ਮੋਬਾਈਲ, ਬਹੁਤ ਸਾਰੇ ਮੋਬਾਈਲ ਅਬੈਂਡਨਡ ਫੜੇ ਜਾਂਦੇ ਆ। ਜੇ ਤੁਸੀਂ ਕਹੋ ਕਿ 100 ਦੀ ਪਿਲਫਰੇਜ ਹੁੰਦੀ, ਕਾਫੀ ਸਾਰੇ ਵਿੱਚੋਂ ਫੜੇ ਜਾਂਦੇ ਆ, ਕੁਝ ਸਰਪ੍ਰਾਈਜ਼ ਚੈਕਿੰਗ 'ਚ ਫੜੇ ਜਾਂਦੇ ਆ। ਇਨ ਸਪਾਈਟ ਆਫ ਦੈਟ ਇਨਸੀਡੈਂਟਸ ਇੱਦਾਂ ਦੇ ਨੋਟਿਸ 'ਚ ਆ ਰਹੇ ਆ ਕਿ ਜਿੱਥੇ ਮਿਸਯੂਜ਼ ਮੋਬਾਈਲਸ ਦਾ ਹੋ ਰਿਹਾ ਵਾ ਫॉर ਕ੍ਰਿਮੀਨਲ ਐਕਟੀਵਿਟੀ। ਸੋ ਉਹ ਲਗਾਤਾਰ ਇਹ ਇੱਕ ਕੌਨਸਟੈਂਟ ਸਾਡਾ ਪ੍ਰੋਸੈਸ ਜਾਰੀ ਆ ਕਿ ਇਹਨੂੰ ਕੁਝ ਟਾਈਮ ਦੇ ਵਿੱਚ ਆਈ ਫੀਲ ਕਿ ਜੇ ਹੁਣ ਪ੍ਰਿਜ਼ਨ ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਇਹਨੂੰ ਇਸ ਚੀਜ਼ ਨੂੰ ਕਰਬ ਕਰ ਦੇਵਾਂਗੇ ਅਸੀਂ ਓਵਰ ਪੀਰੀਅਡ। ਦੇਖੋ ਇਹਦੇ ਵਿੱਚ ਨਾ ਜੀ ਇੱਕ ਪੰਚਾਇਤ ਨੇ ਪਿੱਛੇ ਮਤਾ ਪਾਇਆ ਸੀਗਾ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਡਰੱਗਸ ਵੇਚੇਗਾ ਉਹਦੇ ਖਿਲਾਫ ਉਹਨਾਂ ਨੇ ਫਾਈਨ ਅਨਾਉਂਸ ਕੀਤਾ ਸੀਗਾ। ਸੋ ਇੱਕ ਤਾਂ ਇਹ ਹੈਗਾ ਹੈ ਕਿ ਪੰਚਾਇਤਾਂ ਦੇ ਵਿੱਚ ਵੀ ਵਾਂਟ ਕਿ ਪੰਚਾਇਤਾਂ ਆਪ ਮੁਹਾਰੀ ਅੱਗੇ ਆਉਣ ਕਿ ਅਸੀਂ ਆਪਣੇ ਪਿੰਡ ਨੂੰ ਡਰੱਗ ਫ੍ਰੀ ਕਰਨਾ ਵਾ। ਕਈ ਵਾਰੀ ਆਪਾਂ ਦੇਖੋ, ਆਪਾਂ ਵੀ ਪਿੰਡਾਂ ਦੇ ਰਹਿਣ ਵਾਲੇ ਆ, ਆਪਾਂ ਕਈ ਵਾਰੀ ਦੇਖਿਆ ਕਿ ਕੋਈ ਬੰਦਾ ਛੋਟੇ ਲੈਵਲ 'ਤੇ ਨਸ਼ਾ ਵੇਚਦਾ ਹੁੰਦਾ ਹੈ, ਪਿੰਡ 'ਚ ਲੋਕਾਂ ਨੂੰ ਪਤਾ ਵੀ ਹੁੰਦਾ, ਪਰ ਉਹਦੇ ਬਾਵਜੂਦ ਵੀ ਹਰ ਬੰਦਾ ਸੋਚਦਾ ਕਿ ਮੇਰਾ ਕੀ ਕੰਮ ਹੈ ਇਹਦੇ 'ਚ, ਕਿ ਪੁਲਿਸ ਆਵੇ ਪੁਲਿਸ ਕਰੇ। ਸੋ ਜਿੱਥੇ ਪੰਚਾਇਤਾਂ ਜਿਹੜੀਆਂ ਪਹਿਲ ਕਦਮੀ ਕਰਨਗੀਆਂ, ਲੋਕ ਪਹਿਲ ਕਦਮੀ ਕਰਨਗੇ, ਤੇ ਇੱਦਾਂ ਦੇ ਬੰਦਿਆਂ ਨੂੰ ਨੱਥ ਪਾਈ ਜਾ ਸਕਦੀ ਹੈ। ਦੂਸਰਾ, ਮਾਨਯੋਗ ਸੀਐਮ ਸਾਹਿਬ ਨੇ ਪਿੱਛੇ ਅਨਾਉਂਸ ਵੀ ਕੀਤਾ ਸੀ, ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਜਿਹੜੀ ਡੀਜੀਪੀ ਸਾਹਿਬ ਵੀ ਗਏ ਸੀਗੇ ਉਸ ਮੀਟਿੰਗ, ਸਾਰੇ ਆਫੀਸਰ ਗਏ ਸੀ। ਉਹਦੇ 'ਚ ਵੀ ਅਨਾਉਂਸ ਕੀਤਾ ਗਿਆ ਸੀ ਕਿ ਜਿਹੜੀਆਂ ਪੰਚਾਇਤਾਂ ਇਹ ਇਨਸ਼ੋਰ ਕਰਨਗੀਆਂ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਨਸ਼ਾ ਨਹੀਂ ਵਿਕਣ ਦੇਣਾ, ਮਤੇ ਪਾਉਣਗੀਆਂ, ਉਸ ਮਤੇ ਨੂੰ ਇੰਪਲੀਮੈਂਟ ਕਰਨਗੀਆਂ, ਤਾਂ ਉਹਨਾਂ ਨੂੰ ਵਾਜਿਬ ਇਨਾਮ ਵੀ ਦਿੱਤਾ ਜਾਏਗਾ। ਸੋ ਉਹਦੇ ਬਾਰੇ ਵੀ ਵਿਚਾਰ ਹੋ ਰਿਹਾ। ਸੋ ਆਪਾਂ ਇਹ ਚਾਹੁੰਦੇ ਹਾਂ ਕਿ ਇਹ ਇੱਕ ਦੇਖੋ, ਜਿੱਦਾਂ ਆਪਾਂ ਮੈਂ ਗੱਲ ਪਹਿਲਾਂ ਕੀਤੀ ਕਿ ਇਨਫੋਰਸਮੈਂਟ ਇੱਕ ਪਾਰਟ ਹੈ। ਇਨਫੋਰਸਮੈਂਟ ਦੇ ਵਿੱਚ ਆਪਾਂ ਡਰੱਗਸ ਫੜਦੇ ਹਾਂ, ਕੋਈ ਬਾਰਡਰ ਤੋਂ ਆਈ, ਕੋਈ ਟ੍ਰਾਂਜ਼ਿਟ ਰੂਟ 'ਤੇ ਫੜੀ, ਕੋਈ ਕਿਤੇ ਫੜੀ। ਸੋ ਉਹ ਹੈਗਾ ਕਿ ਤਾਂ ਜੋ ਲੋਕਾਂ ਤੱਕ ਪਹੁੰਚਣ ਨਾ ਦਿੱਤੀ ਜਾਵੇ। ਉਹਦੇ ਬਾਵਜੂਦ ਵੀ ਬਹੁਤ ਸਾਰੀ ਪਿਲਫਰੇਜ ਹੋ ਜਾਂਦੀ ਹੈ, ਕਿਉਂਕਿ ਹਰ ਚੀਜ਼ ਨੂੰ ਚੈੱਕ ਕਰਨਾ ਪੋਸੀਬਲ ਕਈ ਵਾਰੀ ਨਹੀਂ ਹੋ ਪਾਉਂਦਾ। ਅਸੀਂ ਇਹ ਚਾਹੁੰਦੇ ਹਾਂ ਕਿ ਗਰਾਊਂਡ ਲੈਵਲ ਦੇ ਉੱਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਵੇ ਕਿ ਕੋਈ ਬੰਦਾ ਡਰੱਗਸ ਵੇਚਣ ਦੀ ਹਿੰਮਤ ਹੀ ਨਾ ਕਰੇ। ਪਿੰਡਾਂ ਦੇ ਵਿੱਚ, ਪਿੰਡਾਂ 'ਚ ਇਸ ਤਰੀਕੇ ਦਾ ਮਾਹੌਲ ਹੋਵੇ ਕਿ ਜਿਹੜਾ ਬੰਦਾ ਡਰੱਗਸ ਵੇਚਦਾ ਹੈ ਉਹਦਾ ਸੋਸ਼ਲ ਬਾਈਕਾਟ ਹੋਵੇ, ਉਹਦੇ ਖਿਲਾਫ ਕਾਰਵਾਈ ਹੋਵੇ, ਉਹਦੀ ਇਨਫੋਰਮੇਸ਼ਨ ਸ਼ੇਅਰਿੰਗ ਹੋਵੇ ਪੁਲਿਸ ਦੇ ਨਾਲ, ਤਾਂ ਜੋ ਦੋਨੇ ਪਹਿਲੂਆਂ ਤੋਂ, ਹਰ ਪਹਿਲੂ ਤੋਂ ਕੱਟ ਆਫ ਹੋ ਜਾਏ ਉਹ ਬੰਦਾ। ਸੋ ਉਹਦੇ ਨਾਲ ਇੱਕ ਮੁਹਿੰਮ ਪਿੰਡਾਂ ਦੇ ਵਿੱਚ ਛਿੜੇਗੀ, ਜਿਹਦੇ ਨਾਲ ਸਾਨੂੰ ਇਹ ਲੱਗਦਾ ਹੈ ਕਿ ਉਹਦੇ ਨਾਲ ਆਪਾਂ ਇਸ ਚੀਜ਼ ਦੇ ਉੱਤੇ ਠੱਲ ਪਾਵਾਂਗੇ, ਕਿਉਂਕਿ ਡਿਮਾਂਡ ਨੂੰ ਘਟਾਉਣਾ ਜ਼ਰੂਰੀ ਆ। ਜਦੋਂ ਡਿਮਾਂਡ ਘਟੇਗੀ ਤਾਂ ਜਿਹੜੀ ਸਪਲਾਈ ਆਪਣੇ ਆਪ, ਉਹਦੀ ਜਦੋਂ ਡਿਮਾਂਡ ਘਟਦੀ ਹੈ ਸਪਲਾਈ ਵੀ ਘਟ ਜਾਂਦੀ ਹੈ ਉਹਦੇ ਨਾਲ। ਦੂਸਰਾ ਸਵਾਲ ਇਹ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਜ਼ਮੀਨਾਂ ਕੁਝ ਕਰਾਂਗੇ, 75 ਤੋਂ ਤੁਸੀਂ ਐਫਆਈਆਰ ਦਿੱਤੀਆਂ ਨੇ, ਇਹਦੇ ਵਿੱਚੋਂ ਕਿੰਨੀ ਕੁ ਆਇਡੈਂਟੀਫਾਈ ਤੁਸੀਂ? ਦੇਖੋ ਇਹਦੇ ਵਿੱਚ ਨਾ ਜੀ ਇੱਕ ਪ੍ਰੋਸੈਸ ਹੁੰਦਾ ਹੈ ਜਿਹਦੇ 'ਚ ਆਪਾਂ ਕਮਰਸ਼ੀਅਲ ਕੁਆਂਟੀਟੀ ਜਦੋਂ ਕਿਸੇ ਤੋਂ ਫੜਦੇ ਆ ਨਾ, ਉਸ ਜਾਂ ਜਿਹਨੂੰ ਪਨਿਸ਼ਮੈਂਟ 10 ਸਾਲ ਤੋਂ ਉੱਪਰ ਹੋਈ ਹੁੰਦੀ ਕਿਸੇ ਕੇਸ ਦੇ ਵਿੱਚ, ਉਹਦੀ ਪ੍ਰੋਪਰਟੀ ਫਰੀਜ਼ ਕਰ ਸਕਦੇ ਹਾਂ ਆਪਾਂ। ਬਹੁਤ ਸਾਰੇ ਕੇਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋ ਜਾਂਦੀ ਹੈ, ਪਰ ਬੰਦੇ ਦੀ ਪ੍ਰੋਪਰਟੀ ਹੁੰਦੀ ਨਹੀਂ ਹੈ ਕਈ ਵਾਰੀ। ਸੋ ਹੁਣ ਇਹ ਪ੍ਰੋਸੈਸ ਅਸੀਂ ਦੁਬਾਰਾ ਇਨੀਸ਼ੀਏਟ ਕੀਤਾ ਹੈ। ਅੱਜ ਦਾ ਵੀ ਇਹ ਫੋਕਸ ਸੀਗਾ ਜਿਹੜੀ ਤੁਸੀਂ ਗੱਲ ਕਰ ਰਹੇ, ਇੱਕ ਤਾਂ ਇਹ ਪ੍ਰੋਪਰਟੀ ਫਰੀਜ਼ ਕਰਨਾ ਵੀ ਇੱਕ ਫੋਕਸ ਸੀਗਾ ਕਿ ਜਿੰਨੇ ਬੰਦੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਨਵੋਲਵ ਆ ਉਹਨਾਂ ਦੀਆਂ ਪ੍ਰੋਪਰਟੀਜ਼ ਆਇਡੈਂਟੀਫਾਈ ਕੀਤੀਆਂ ਜਾਣ। 68 F NDPS ਐਕਟ ਦਾ ਇੱਕ ਸੈਕਸ਼ਨ ਆ ਜਿਹਦੇ ਤਹਿਤ ਪ੍ਰੋਪਰਟੀ ਜਿਹੜੀ ਹੈ ਫਰੀਜ਼ ਕੀਤੀ ਜਾ ਸਕਦੀ ਹੈ। ਸੋ ਉਹ ਪ੍ਰੋਸੈਸ ਆਲਰੇਡੀ ਅਸੀਂ ਸ਼ੁਰੂ ਕੀਤਾ ਹੋਇਆ ਹੈ। ਦੇਖੋ ਲਾਸਟ ਈਅਰ ਕਾਫੀ ਹੋਈਆਂ ਸੀਗੀਆਂ, ਹੁਣ ਇਸ ਟਾਈਮ ਮੇਰੇ ਕੋਲ ਡਾਟਾ ਨਹੀਂ ਹੈ। ਇਫ ਯੂ ਵਾਂਟ ਆਪਾਂ ਨੈਕਸਟ ਵੀਕ ਸ਼ੇਅਰ ਕਰ ਦਾਂਗੇ। ਕਾਫੀ ਪ੍ਰੋਪਰਟੀਜ਼ ਜਿਹੜੀਆਂ ਫਰੀਜ਼ ਹੋਈਆਂ। ਅੱਜ ਸਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਜਿਹੜੇ ਇਹੋ ਜਿਹੇ ਨਸ਼ਾ ਵੇਚਣ ਵਾਲੇ ਤਸਕਰ ਹੁੰਦੇ ਨੇ, ਉਹਨਾਂ ਨੂੰ ਘਰਦਿਆਂ ਨੇ ਬੇਦਖਲ ਕੀਤਾ ਹੁੰਦਾ, ਤੇ ਫਿਰ ਉਸ ਮਾਮਲੇ ਦੇ ਵਿੱਚ ਕੀ ਹੈਗਾ ਜਿਹੜੇ ਘਰ ਨਹੀਂ ਉਹਦੇ 'ਚ ਦੇਖੋ ਇਹ ਇਦਾਂ ਨਹੀਂ ਹੁੰਦਾ ਜੀ। ਜਿਹੜਾ ਲਾਅ ਆ ਨਾ ਜੀ, ਉਸ ਵਿਅਕਤੀ ਦੇ ਨਾਮ, ਉਹ ਲਾਅ ਬੜਾ ਸਪਸ਼ਟ ਆ ਔਰ ਉਹਦੇ ਵਿੱਚ ਇਦਾਂ ਸਟ੍ਰੇਟ ਫਾਰਵਰਡ ਨਹੀਂ ਹੈ। ਉਹਦੇ 'ਚ ਬੜੇ ਸਟ੍ਰਿੰਜੈਂਟ ਆ, ਜਿਹੜੀ ਪ੍ਰੋਪਰਟੀ ਆ ਉਸ ਬੰਦੇ ਦੇ ਨਾਮ ਤੇ ਹੋਣੀ ਚਾਹੀਦੀ ਆ, ਜਾਂ ਉਹਦੇ 'ਚ ਬਕਾਇਦਾ ਮੈਂਬਰਸ ਦੇ ਨਾਮ ਲਿਖੇ ਕਿਹਦੇ ਨਾਮ ਤੇ ਹੋ ਸਕਦੀ ਆ, ਪਿਛਲੇ 6 ਸਾਲਾਂ ਦੇ ਵਿੱਚ ਖਰੀਦੀ ਹੋਣੀ ਚਾਹੀਦੀ ਆ। ਸੋ ਆਪਾਂ ਪ੍ਰਾਈਮਾ ਫੇਸਾਈ ਪਹਿਲਾਂ ਐਸਟੈਬਲਿਸ਼ ਕਰਨਾ ਹੁੰਦਾ ਹੈ ਕਿ ਜਿਹੜੀ ਪ੍ਰੋਪਰਟੀ ਹੈ ਇਹ ਵਾਕਿਆ ਹੀ ਡਰੱਗ ਮਨੀ ਤੋਂ ਹੀ ਆਈ ਹੈ ਪ੍ਰੋਪਰਟੀ। ਸੋ ਉਹ ਐਸਟੈਬਲਿਸ਼ ਮੁੱਢਲੇ ਤੌਰ ਤੇ, ਬਹੁਤ ਡੈਪਥ 'ਚ ਨਹੀਂ, ਮੁੱਢਲੇ ਤੌਰ ਤੇ ਐਸਟੈਬਲਿਸ਼ ਕਰਕੇ ਕਿ ਜਿਹੜੀ ਇਹਦੀ ਪ੍ਰੋਪਰਟੀ ਬਣੀ ਹੈ ਡਰੱਗ ਮਨੀ ਤੋਂ ਬਣੀ ਹੈ। ਫਿਰ ਫਰੀਜ਼ਿੰਗ ਦਾ ਪ੍ਰੋਸੈਸ ਹੁੰਦਾ ਹੈ ਔਰ ਉਹ ਬੜਾ ਇੱਕ ਲੰਬਾ ਪ੍ਰੋਸੈਸ ਆ। ਉਹ ਕੰਪੀਟੈਂਟ ਅਥਾਰਟੀ ਕੋਲੇ ਜਾਂਦੀ ਹੈ, ਕੰਪੀਟੈਂਟ ਅਥਾਰਟੀ ਅਪਰੂਵ ਕਰਦੀ ਹੈ, ਬੰਦੇ ਕੋਲੇ ਅਪੀਲ ਕਰਨ ਦੀ ਵੀ ਉਹਦੇ ਵਿੱਚ ਜਿਹੜੀ ਆ ਫੈਸਿਲਿਟੀ ਹੁੰਦੀ ਹੈ, ਕੋਈ ਅਪੀਲ ਵੀ ਕਰ ਸਕਦਾ ਹੈ। ਸੋ ਮੁੱਢਲੇ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੀ ਪ੍ਰੋਪਰਟੀ ਉਹਨੇ ਬਣਾਈ ਆਪਣੇ ਨਾਮ ਤੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ, ਉਹ 'ਚ ਪੂਰੀ ਲਿਸਟ ਆ ਕਿਹਦੇ ਨਾਮ ਤੇ ਹੋ ਸਕਦੀ ਹੈ।
ਉਹ ਪਿਛਲੇ 6 ਸਾਲਾਂ 'ਚ ਬਣੀ ਹੋਣੀ ਚਾਹੀਦੀ ਆ ਔਰ ਮੁੱਢਲੇ ਤੌਰ ਤੇ ਇਹ ਲੱਗਦਾ ਹੋਣਾ ਚਾਹੀਦਾ ਕਿ ਡਰੱਗਸ ਤੋਂ ਬਣੀ ਹੈ। ਸੋ ਉਹ ਪ੍ਰੋਪਰ ਦੇਖ ਕੇ ਫਿਰ ਕੀਤਾ ਜਾਂਦਾ ਵਾ। सर जैसे बाकी स्टेट्स में है कि बुलडोजर से प्रॉपर्टी हटाई जा रही है नहीं, हम जो whatever जो लीगल मीन्स है हमारे पास वो सारे हम यूज़ कर रहे हैं इसमें। तो फ्रीज करना जो है दैट इज़ थ्रू प्रॉपर चैनल अंडर 68F NDPS एक्ट में ही होता है, उसी में ही हम करते हैं इसको But there freeze। is no contemplation as far as bulldozer नहीं, जो लॉफुल प्रोसेस है वही फॉलो द लॉफुल प्रोसेस। ਅੱਜ ਸਾਹਿਬ ਇੱਕ ਹਾਈ ਕੋਰਟ ਨੇ ਬੜੀ ਹੁਣੇ ਰਿਮਾਰਕਸ ਦਿੱਤੀ ਹੈ ਇੱਕ ਡਰੱਗ ਪੈਡਲਰ ਦੀ ਬੇਸ ਤੇ ਕਿ ਪੰਜਾਬ ਵਿੱਚ ਖਰੀਦਦਾਰ ਵੀ ਤੇ ਵੇਚਣ ਵਾਲੇ ਵੀ ਬਹੁਤ ਜ਼ਿਆਦਾ ਵੱਧ ਗਏ ਆ। ਕੀ ਕਾਰਨ ਹੈ, ਕੀ ਸਮਝਦੇ ਤੁਸੀਂ ਪਹਿਲਾਂ ਨਾਲੋਂ ਡਰੱਗ ਜ਼ਿਆਦਾ ਹੋ ਗਿਆ ਕਿ ਨਹੀਂ ਦੇਖੋ ਇਹ ਨਹੀਂ ਜੀ, ਡਰੱਗਸ ਦੀ ਪ੍ਰੈਵਲੈਂਸ ਤਾਂ ਜਿਹੜੀ ਆ ਉਹ ਐਗਜ਼ਿਸਟ ਕਰਦੀ ਆ, ਤਦੇ ਹੀ ਆਪਾਂ ਇੰਨੀ ਸਪੈਸ਼ਲ ਕੈਂਪੇਨ ਚਲਾਈ ਡਰੱਗਸ ਦੇ ਖਿਲਾਫ। ਕੈਂਪੇਨ ਚਲਾਉਣ ਦਾ ਮਤਲਬ ਇਹ ਹੈ ਕਿ ਜਿਹੜੀ ਇੱਕ ਮੈਨੇਜ ਸੁਸਾਇਟੀ ਦੇ ਵਿੱਚ ਹੈਗਾ ਵਾ, ਪਰ ਸਾਡਾ ਹੁਣ ਜਿਹੜਾ ਫੋਕਸ ਆ ਉਹ ਹੈਗਾ ਕਿ ਬੈਕਵਰਡ ਫਾਰਵਰਡ ਲਿੰਕੇਜ ਸਾਰਿਆਂ ਨੂੰ ਫੜਿਆ ਜਾਵੇ। ਜਿਹਦੇ ਤੋਂ ਡਰੱਗ ਫੜੀ ਜਾਂਦੀ ਆ ਉਹ ਪਿੱਛੋਂ ਕਿੱਥੋਂ ਲੈ ਕੇ ਆਇਆ ਸੀ, ਉਹਨੇ ਅੱਗੇ ਕਿੱਥੇ ਸਪਲਾਈ ਕਰਨੀ ਸੀਗੀ। ਹੁਣ ਇਹ ਦੇਖੋ ਇਹ ਪੁਲਿਸ ਦੀ ਐਕਟਿਵਨੈਸ ਹੀ ਆ ਤੇ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਹੁਣ ਫਾਜ਼ਿਲਕਾ ਦੇ ਵਿੱਚ 31 ਕਿਲੋ ਦੀ ਜਿਹੜੀ ਡਰੱਗ ਆ ਫੜੀ ਗਈ ਆ, ਸਿਰਫ ਉਹਨਾਂ ਦੀ ਪ੍ਰੋ ਐਕਟਿਵਨੈਸ ਕਰਕੇ। ਕਿ ਜਿਹੜੇ ਬੰਦੇ ਆ ਦੇਖੋ ਇਹਦੇ ਵਿੱਚ ਦੇਖੋ ਕਿੰਨਾ ਮਤਲਬ ਇਹਨਾਂ ਦਾ ਕਿੱਦਾਂ ਦਾ ਸਿਸਟਮ ਆ ਕਿ ਜਿਹੜੇ ਬੰਦੇ ਨੇ ਉੱਥੋਂ ਚੱਕੀ ਆ ਉਹਨੂੰ ਨਹੀਂ ਪਤਾ ਸੀ ਕੌਣ ਉਹਨੂੰ ਡਾਇਰੈਕਸ਼ਨ ਦੇ ਰਿਹਾ ਹੈ, ਜਿੱਥੇ ਉਹਨੇ ਪਹੁੰਚਾਉਣੀ ਉਹਨੂੰ ਨਹੀਂ ਪਤਾ, ਉਹ ਇੱਕ ਚੁੱਕ ਕੇ ਅੱਗੇ ਪਹੁੰਚਾਉਣੀ ਸੀ ਔਰ ਕਿੰਨੀ ਵੱਡੀ ਕੁਆਂਟੀਟੀ ਦੇ ਵਿੱਚ ਉਹ ਸਪਲਾਈ ਕਰ ਰਿਹਾ ਸੀਗਾ। ਸੋ ਇਹ ਜਿਹੜਾ ਇਹ ਤਾਂ ਸਪੈਸ਼ਲ ਕੈਂਪੇਨ ਸਾਡਾ ਚਲਾਇਆ ਹੀ ਇਸ ਲਈ ਗਿਆ ਵਾ। ਔਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਡਿਮਾਂਡ ਵੀ ਹੈਗੀ ਆ, ਸਪਲਾਈ ਵੀ ਹੈਗੀ ਆ, ਉਸੇ ਲਈ ਅਸੀਂ ਇਹ ਬੈਕਵਰਡ ਫਾਰਵਰਡ ਲਿੰਕੇਜ ਤੇ ਜ਼ੋਰ ਦੇ ਰਹੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਆਰਗੇਨਾਈਜ਼ਡ ਤਰੀਕੇ ਨਾਲ ਕਹਿੰਦੇ ਸੀ ਏਡਾ ਵੱਡਾ ਡਰੱਗ ਰੈਕੇਟ ਚੱਲ ਰਿਹਾ, ਹੁਣ ਇਹ ਥੋੜਾ ਸਟੈਂਡਰਡ ਹੋ ਗਿਆ। ਕਈ ਬੰਦੇ ਨਹੀਂ ਇਹਦੇ ਕਈ ਪਹਿਲੂ ਹੁੰਦੇ ਆ ਜੀ, ਇੱਕ ਥਿਊਰੀ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿਹੜਾ ਸਿੰਥੈਟਿਕ ਡਰੱਗ ਹੈ ਨਾ, ਜਿਹੜਾ ਮੈਡੀਕਲ ਤੇ ਸਿੰਥੈਟਿਕ ਡਰੱਗ ਹੈ, ਕਿਉਂਕਿ ਬਹੁਤ ਛੋਟੀ ਕੁਆਂਟੀਟੀ ਦੇ ਵਿੱਚ ਵੀ ਕੈਰੀ ਕਰਦੇ ਆ ਲੋਕ। ਸੋ ਉਹਦੇ ਕਰਕੇ ਕਈ ਵਾਰੀ ਇਨਵੋਲਵਮੈਂਟ ਕਈ ਬੰਦੇ ਇਹੋ ਜਿਹੇ ਜਿਹੜੇ ਆਪ ਵੀ ਡਰੱਗ ਲੈਂਦੇ ਵੀ ਆ, ਖਾਂਦੇ ਵੀ ਆ, ਵੇਚ ਵੀ ਦਿੰਦੇ ਆ ਵਿੱਚੋਂ। ਸੋ ਉਹ ਉਸੇ ਕਰਕੇ ਅਸੀਂ ਹੁਣ ਇੱਕ ਨਵਾਂ ਅੱਜ ਫੇਰ ਕੀਤਾ ਕਿ ਹਰ ਪੁਲਿਸ ਸਟੇਸ਼ਨ, ਪਹਿਲਾਂ ਤਾਂ ਆਪਾਂ ਜ਼ਿਲ੍ਹਾ ਲੈਵਲ ਤੇ ਹੌਟ ਸਪੌਟਸ ਆਇਡੈਂਟੀਫਾਈ ਕਰ ਰਹੇ ਸੀ, ਹੁਣ ਅਸੀਂ ਕੀਤਾ ਪੁਲਿਸ ਸਟੇਸ਼ਨ ਲੈਵਲ ਤੇ, SHO ਆਪਣੇ ਲੈਵਲ ਤੇ ਲੋਕਾਂ ਨਾਲ ਪਬਲਿਕ ਮੀਟਿੰਗਸ ਕਰਕੇ ਉਹਨਾਂ ਤੋਂ ਫੀਡਬੈਕ ਲੈ ਕੇ ਹੌਟ ਸਪੌਟਸ ਆਇਡੈਂਟੀਫਾਈ ਕਰਨ, ਫਿਰ ਉਹ ਹੌਟ ਸਪੌਟਸ ਤੇ ਸਪੈਸੀਫਿਕ ਕੈਂਪੇਨ ਚਲਾ ਕੇ ਉਹਨਾਂ ਏਰੀਆਜ਼ ਨੂੰ ਡਰੱਗ ਫ੍ਰੀ ਕਰਨ। ਸ਼ਹਿਰਾਂ ਦੇ ਵਿੱਚ ਇਹੀ ਚੀਜ਼ ਜਦੋਂ ਆਪਾਂ ਕਰਦੇ ਆ ਉਹ ਕਾਲੋਨੀਜ਼ ਤੇ ਚਲੇ ਜਾਂਦੀ ਆ, ਪਾਕਟਸ ਤੇ ਚਲੇ ਜਾਂਦੀ ਆ। ਜਦੋਂ ਆਪਾਂ ਰੂਰਲ ਏਰੀਆ ਦੀ ਗੱਲ ਕਰਦੇ ਆ ਉਹ ਸਪੈਸੀਫਿਕ ਪਿੰਡਾਂ ਦੇ ਚਲੀ ਜਾਂਦੀ ਆ। ਸੋ ਇਹ ਜਿਹੜਾ ਨਾ ਇਹਦੇ ਵਿੱਚ ਹੁਣ ਤਦੇ ਮੈਂ ਦੁਬਾਰਾ ਗੱਲ ਉਹੀ ਕਰ ਰਿਹਾ ਕਿ ਸੁਸਾਇਟੀ ਦਾ ਜਿਹੜਾ ਯੋਗਦਾਨ ਬੜਾ ਜ਼ਰੂਰੀ ਆ। ਔਰ ਆਹ ਸਾਲ ਜਿਹੜਾ ਹੁਣ ਕਿਉਂਕਿ ਅਸੀਂ ਹੁਣ ਤੱਕ ਪਿਛਲੇ 6 ਮਹੀਨੇ ਆਪਾਂ ਨੂੰ ਹੋ ਗਏ ਆ, ਅਸੀਂ ਲਗਾਤਾਰ ਸਾਡੀ ਰਿਕਵਰੀਜ਼ ਹੋ ਰਹੀਆਂ, ਸਭ ਕੁਝ ਹੋ ਰਿਹਾ। ਹੁਣ ਅਸੀਂ ਚਾਹੁੰਦੇ ਗਰਾਊਂਡ ਲੈਵਲ ਤੇ ਜਾ ਕੇ ਇਹਨੂੰ ਜੜ ਤੋਂ ਖਤਮ ਕੀਤਾ ਜਾਵੇ ਇਸ ਚੀਜ਼ ਨੂੰ। ਕਈ ਥਾਂ ਪੁਲਿਸ ਵਾਲੇ ਵੀ ਇਹਦੇ ਵਿੱਚ ਇਨਵੋਲਵ ਹੁੰਦੇ ਆ। ਉਹ ਤਾਂ ਜਿਹੜਾ ਪੁਲਿਸ ਵਾਲਾ ਡਰੱਗਸ ਦੇ ਕੇਸ 'ਚ ਇਨਵੋਲਵ ਹੋਏਗਾ ਉਹਦੇ ਖਿਲਾਫ ਤਾਂ ਸਟ੍ਰਿਕਟ ਐਕਸ਼ਨ ਹੈ ਜੀ, ਕੋਈ ਮਾਫੀ ਦੀ ਗੁੰਜਾਇਸ਼ ਨਹੀਂ ਹੈਗੀ ਇਹਦੇ ਵਿੱਚ। ਅੱਜ ਤੱਕ ਕੋਈ ਪੁਲਿਸ ਦੇ ਉੱਪਰ ਵੀ ਸਖਤੀ ਕੀਤੀ ਜਾ ਰਹੀ, ਕਿਉਂਕਿ ਜਿਸ ਤਰੀਕੇ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਕਿ ਇੱਕ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਘੁੰਮਦਾ ਹੈ, ਦੂਸਰੀ ਜਗ੍ਹਾ ਤੇ ਕੋਈ ਡਰਿੰਕ ਕਰਿਆ ਹੋਇਆ ਘੁੰਮਦਾ ਹੈ। ਦੇਖੋ ਜਿਹੜਾ ਬੰਦਾ ਕਿਸੇ ਤਰ੍ਹਾਂ ਦਾ ਵੀ ਮਿਸਕੰਡਕਟ ਕਰਦਾ ਹੈ ਜੀ, ਮਿਸਕੰਡਕਟ ਮਾਈਨਰ ਵੀ ਹੋ ਸਕਦਾ ਤੇ ਮਿਸਕੰਡਕਟ ਗ੍ਰੇਵੈਸਟ ਵੀ ਹੋ ਸਕਦਾ ਹੈ। ਡਰੱਗਸ ਲੈਣਾ, ਡਰੱਗਸ ਦੇ ਮਾਮਲੇ 'ਚ ਇਨਵੋਲਵ ਹੋਣਾ ਉਹ ਗ੍ਰੇਵੈਸਟ ਮਿਸਕੰਡਕਟ ਆ, ਤੇ ਗ੍ਰੇਵੈਸਟ ਮਿਸਕੰਡਕਟ ਦੀ ਜਿਹੜੀ ਸਜ਼ਾ ਹੁੰਦੀ ਆ PPR ਦੇ ਹਿਸਾਬ ਨਾਲ ਉਹ ਡਿਸਮਿਸਲ ਹੀ ਹੁੰਦੀ ਹੈ ਸਰਵਿਸ ਤੋਂ। ਸੋ ਉਹ ਜਿਹੜਾ ਬੰਦਾ ਇਹੋ ਜਿਹੇ ਕੰਮ 'ਚ ਪਾਇਆ ਜਾਏਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਦਾ ਜਵਾਨ ਸ਼ਹੀਦ ਹੋਇਆ, ਉਹ ਆਪਣੀ ਜਿਹੜੇ ਡਿਊਟੀ ਨਿਭਾ ਰਿਹਾ ਸੀ, ਤਾਂ ਉਹਦੇ ਵਿੱਚ ਗੱਲ ਕੀਤੀ ਜਾਵੇ ਹਥਿਆਰਾਂ ਦੇ ਨਾਲ ਜਦੋਂ ਉਹਨਾਂ ਤੇ ਫਾਇਰ ਕੀਤੇ ਜਾਂਦੇ ਨੇ ਤਾਂ ਜਵਾਬੀ ਦੇ ਵਿੱਚ ਕੀ ਲੱਗਦਾ ਹਥਿਆਰ ਕਿੱਥੋਂ ਆਉਂਦੇ ਨੇ? ਫਿਰ ਵੀ ਅਜਿਹਾ ਘਟਨਾ ਦੇਖੋ ਇਹ ਜਿਹੜਾ ਇਹ ਵਾਲਾ ਇਨਸੀਡੈਂਟ ਹੋਇਆ ਉਹਦੇ ਵਿੱਚ 3 ਜਿਹੜੇ ਨੇ ਉਹ ਅਕਿਊਜ਼ਡ ਇੰਜਰਡ ਹੋਏ ਆ, ਇੱਕ ਅਬਸਕੌਂਡਿੰਗ ਆ ਉਹ ਵੀ ਫੜਿਆ ਜਾਏਗਾ। ਸੋ ਉਹਨਾਂ ਕੋਲੋਂ ਮੁੱਢਲੇ ਤੌਰ ਤੇ 3 ਵੈਪਨ ਅਜੇ ਮਿਲੇ ਆ, ਜਿਹਦੇ 'ਚ 2 32 ਬੋਰ ਦੇ ਸੀਗੇ ਪਿਸਟਲ, ਇੱਕ 30 ਬੋਰ ਦਾ ਹੈ। ਹੁਣ ਉਹਦੀ ਡੈਪਥ 'ਚ ਜਾ ਰਹੇ ਆ। ਬਹੁਤ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਹੜਾ ਸ਼ਹੀਦ ਹੋਇਆ ਜਵਾਨ, ਪਰ ਪੰਜਾਬ ਪੁਲਿਸ ਦੀ ਇਹ ਸ਼ਲਾਘਾਯੋਗ ਆ ਕਿ ਦੇਖੋ ਉਹਨਾਂ ਨੇ ਮਤਲਬ ਪਿੱਛਾ ਨਹੀਂ ਛੱਡਿਆ, ਉਹਦਾ ਪਿੱਛਾ ਕਰਕੇ ਫੜੇ, ਉਸ 'ਚ ਚਾਹੇ ਜਵਾਨ ਸਾਡਾ ਸ਼ਹੀਦ ਹੋ ਗਿਆ ਪਰ ਬਹਾਦਰੀ ਦੀ ਇੱਕ ਮਿਸਾਲ ਆਈ ਗੁੱਟ ਸੀ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹਦੀ ਵੈਪਨਸ ਦੀ ਕਿੱਥੋਂ ਆਏ
ਉਹਦੇ 'ਚ ਸਾਰੀ ਅਸੀਂ ਡੈਪਥ ਦੇ ਵਿੱਚ ਜਾਵਾਂਗੇ। ਹੁਣ ਇਹਨਾਂ ਨੂੰ ਹੁਣ ਜਦੋਂ ਪੁੱਛਗਿੱਛ ਦੇ ਕਾਬਲ ਹੁੰਦੇ ਆ ਫਿਰ ਪੁੱਛਗਿੱਛ ਕਰਕੇ ਫਰਦਰ ਇਨਵੈਸਟੀਗੇਸ਼ਨ। ਵੱਡੀ ਗੈਂਗ ਨਾਲ ਜੁੜੇ ਹੋ ਸਕਦੇ ਨੇ, ਹੋਰ ਵੀ ਦੇਖੋ ਹਾਰਡਕੋਰ ਕ੍ਰਿਮੀਨਲਸ ਤਾਂ ਇਹ ਹੈਗੇ ਹੀ ਆ ਤਿੰਨੋਂ ਹੀ। ਇਹਨਾਂ ਦੇ ਖਿਲਾਫ ਆਲਰੇਡੀ 2-2 3-3 ਪਰਚੇ ਆ, ਮਰਡਰ ਦੇ ਪਰਚੇ ਵੀ ਆ, 307 ਦੇ ਪਰਚੇ ਵੀ ਆ, ਡਕੈਤੀ ਦੇ ਪਰਚੇ ਵੀ ਆ। ਸੋ ਜਿਹੜੇ 3 ਅਕਿਊਜ਼ਡ ਅਰੈਸਟ ਕੀਤੇ ਆ ਤਿੰਨੋਂ ਹੀ ਹਾਰਡਕੋਰ ਕ੍ਰਿਮੀਨਲਸ ਨੇ। ਫਰਦਰ ਇਹ ਐਸੋਸੀਏਟਸ ਕਿਹਦੇ ਸੀਗੇ ਉਹ ਪੁੱਛਗਿੱਛ 'ਚ ਪਤਾ ਲੱਗੇਗਾ। ਠੀਕ ਹੈ ਜੀ, ਥੈਂਕ ਯੂ।